ਦੋਸਤੋ ਸਤਿ ਸ੍ਰੀ ਅਕਾਲ, ਨਮਸਤੇ, ਸਲਾਮ। ਆਓ ਹੁਣ ਆਪਾਂ ਅੱਜ ਮੇਰੀ ਲਿਖੀ ਕਹਾਣੀ ਸਵਾਸਾਂ ਦਾ ਸਫ਼ਰ ਦਾ ਤੀਜਾ ਪਾਰਟ ਸੁਣਦੇ ਹਾਂ। ਹੁਣ ਕਾਕੂ ਤੇ ਪਾਲੀ ਜਿੱਦ ਕੇ ਜੁਗਨੂ ਦੀਆਂ ਗੱਲਾਂ ਆਪਣੇ ਸਾਥੀਆਂ ਕੋਲ ਦੱਸਦੇ ਸੀ ਅਤੇ ਪਿੰਡ ਦੀ ਮੁੰਡੀਰ ਨਾਲੇ ਗੱਲਾਂ ਦਾ ਸਵਾਦ ਲੈਂਦੀ ਸੀ ਅਤੇ ਨਾਲੇ ਚਟਕਾਰੇ ਲਾ ਕੇ ਹੋਰ ਦੂਜਿਆਂ ਕੋਲ ਦੱਸਦੀ ਸੀ। ਪਿੰਡ ਦੇ ਹਰ ਮੋੜ ਉੱਤੇ ਬੈਠੇ ਲੋਕ ਹਰ ਵੇਲੇ ਇਹੋ ਹੀ ਗੱਲਾਂ ਕਰਦੇ ਰਹਿੰਦੇ ਸਨ। ਤੁਰਦੀ ਫਿਰਦੀ ਗੱਲ ਜੁੱਗੂ ਦੀ ਮਾਂ ਦੇ ਕੋਲ ਵੀ ਪਹੁੰਚ ਗਈ ਅਤੇ ਉਸਨੇ ਜੁੱਗੀ ਨੂੰ ਕੋਲ ਬਿਠਾ ਕੇ ਕਿਹਾ ਕਿ ਭਾਈ ਮੁੰਡਿਆ ਸੁਣ, ਆਪਣੀ ਵਹੁਟੀ ਨੂੰ ਕਬਜ਼ੇ ਵਿੱਚ ਕਰ ਅਤੇ ਸਮਝਾ। ਇਸ ਤਰ੍ਹਾਂ ਤਾਂ ਆਪਣੇ ਭੋਗਲਾਂ ਦੀ ਭੰਡੀ ਹੋ ਜਾਣੀ ਆ। ਜੇ ਤੇਰੇ ਵਿੱਚ ਕੋਈ ਕਮੀ ਹੈ ਤਾਂ ਤੂੰ ਮੈਨੂੰ ਦੱਸ, ਆਪਾਂ ਸ਼ਹਿਰੋਂ ਦਵਾ ਦਾਰੂ ਲੈ ਲੈਂਦੇ ਹਾਂ। ਮਾਂ ਦੀ ਕੜਾਕੇਦਾਰ ਤੇ ਸਾਫ਼ ਗੱਲ ਸੁਣ ਕੇ ਜੁੱਗੀ ਚੁੱਪ ਕਰ ਗਿਆ ਸੀ, ਪਰ ਰਾਤ ਸਮੇਂ ਉਸਨੇ ਜੁਗਨੂ ਨੂੰ ਕਿਹਾ ਕਿ ਤੂੰ ਬਾਰੀ ਵਿੱਚ ਨਾ ਬੈਠਿਆ ਕਰ, ਮਾਂ ਬੁਰਾ ਮਨਾਉਂਦੀ ਆ, ਨਾਲੇ ਲੋਕ ਗੱਲਾਂ ਕਰਦੇ ਆ। ਇਹ ਦੋ ਗੱਲਾਂ ਉਸਨੇ ਬੜੇ ਠਰਮੇ ਅਤੇ ਪਿਆਰ ਦੇ ਨਾਲ ਕਹੀਆਂ ਸਨ, ਕਿਉਂਕਿ ਉਹ ਜੁਗਨੂ ਨੂੰ ਬਹੁਤ ਪਿਆਰ ਕਰਦਾ ਸੀ ਅਤੇ ਗੱਲ ਨੂੰ ਚੰਗੀ ਤਰ੍ਹਾਂ ਜਾਣੇ ਬਿਨਾਂ ਬੁਰਾ ਨਹੀਂ ਬੋਲਣਾ ਚਾਹੁੰਦਾ ਸੀ। ਉਹ ਕਮਜ਼ੋਰ ਨਹੀਂ ਸੀ, ਬਸ ਉਹ ਤਾਂ ਉਸਨੂੰ ਪਿਆਰ ਹੀ ਬਹੁਤ ਕਰਦਾ ਸੀ। ਪਰ ਜੁਗਨੂ ਨੇ ਅੱਗੋਂ ਇੰਨਾ ਹੀ ਕਿਹਾ ਸੀ ਕਿ ਠੀਕ ਹੈ, ਪਰ ਉਸਦੇ ਉਹੀ ਚਾਲੇ ਰਹੇ ਅਤੇ ਜੁੱਗੂ ਦੀ ਮਾਂ ਕੋਲ ਮਾਈਆਂ ਬੀਬੀਆਂ ਰੋਜ਼ ਆਨੇ ਬਹਾਨੇ ਆ ਕੇ ਕਹਿ ਜਾਂਦੀਆਂ ਸਨ। ਜੁੱਗੀ ਨੇ ਬਾਹਰੋਂ ਨਾ ਕੁਝ ਸੁਣਿਆ ਸੀ ਅਤੇ ਨਾ ਦੇਖਿਆ ਸੀ। ਜੁੱਗੀ ਦੀ ਮਾਂ ਨੇ ਆਪਣੇ ਭਰਾ ਨੂੰ ਬੁਲਾਇਆ ਅਤੇ ਸਲਾਹ ਕਰਕੇ ਬੜੀ ਹੀ ਸਮਝਦਾਰੀ ਨਾਲ ਪਿੰਡ ਤੋਂ ਬਹੁਤ ਦੂਰ ਵੱਡੇ ਸ਼ਹਿਰ ਚੰਡੀਗੜ੍ਹ ਵਿੱਚ ਜੁੱਗੀ ਤੇ ਜੁਗਨੂ ਨੂੰ ਇੱਕ ਮਕਾਨ ਕਿਰਾਏ 'ਤੇ ਲੈ ਕੇ ਦੇ ਦਿੱਤਾ। ਜੁੱਗੀ ਤੇ ਜੁਗਨੂ ਉੱਥੇ ਰਹਿਣ ਲੱਗੇ ਅਤੇ ਪਿੱਛੋਂ ਮਾਂ ਨੇ ਪਿੰਡ ਵਿੱਚ ਇਹ ਗੱਲ ਫੈਲਾ ਦਿੱਤੀ ਕਿ ਉਹਨਾਂ ਦੀ ਨੂੰਹ ਨੂੰ ਚੰਗੀ ਨੌਕਰੀ ਮਿਲ ਗਈ ਹੈ, ਇਸ ਲਈ ਉਹ ਦੋਵੇਂ ਜੀ ਸ਼ਹਿਰ ਵਿੱਚ ਚਲੇ ਗਏ ਹਨ। ਕਦੇ ਕਦੇ ਜੁੱਗੀ ਦਾ ਮਾਮਾ ਉਹਨਾਂ ਕੋਲ ਗੇੜਾ ਲਾ ਆਉਂਦਾ ਸੀ। ਉੱਥੇ ਵੀ ਕਈ ਮਹੀਨੇ ਬੜੇ ਆਰਾਮ ਨਾਲ ਨਿਕਲੇ। ਜੁੱਗੀ ਅਤੇ ਜੁਗਨੂ ਸ਼ਾਮ ਦੇ ਸਮੇਂ ਬਾਜ਼ਾਰ ਵਿੱਚ ਘੁੰਮਣ ਲਈ ਨਿਕਲ ਜਾਂਦੇ ਸੀ ਅਤੇ ਕੋਕਾ ਕੋਲਾ, ਆਈਸਕ੍ਰੀਮ ਅਤੇ ਸਮੋਸੇ ਵਗੈਰਾ ਖਾ ਪੀ ਕੇ ਦੇਰ ਰਾਤ ਨੂੰ ਘਰੇ ਵੜਦੇ ਸੀ। ਜੁਗਨੂ ਨੇ ਜੁੱਗੀ ਨੂੰ ਸ਼ਹਿਰ ਅਤੇ ਸ਼ਹਿਰ ਦੀਆਂ ਚੀਜ਼ਾਂ ਬਾਰੇ ਕਾਫੀ ਜਾਣਕਾਰੀ ਦੇ ਦਿੱਤੀ ਸੀ। ਕਦੇ ਕਦੇ ਉਹ ਖਾਣਾ ਵੀ ਬਾਹਰੋਂ ਖਾ ਆਉਂਦੇ ਸੀ। ਕੰਮ ਕੋਈ ਹੈ ਨਹੀਂ ਸੀ, ਬਾਕੀ ਸਾਰਾ ਦਿਨ ਉਹ ਘਰੇ ਹੀ ਰਹਿੰਦੇ ਸੀ। ਜੁਗਨੂ ਘਰ ਵਿੱਚ ਬੈਠੀ ਅੱਕ ਗਈ ਸੀ, ਬੋਰ ਹੋ ਗਈ ਸੀ। ਉਹਨਾਂ ਦੇ ਗੁਆਂਢ ਵਿੱਚ ਬਾਣੀਆਂ ਦਾ ਘਰ ਸੀ। ਜੁਗਨੂ ਦਾ ਉਹਨਾਂ ਦੀਆਂ ਇਸਤਰੀਆਂ ਨਾਲ ਥੋੜ੍ਹਾ ਉੱਠਣ ਬੈਠਣ ਹੋ ਗਿਆ।
ਉਹਨਾਂ ਨੂੰ ਪਤਾ ਲੱਗਿਆ ਕਿ ਜੁਗਨੂ ਬਹੁਤ ਪੜ੍ਹੀ ਲਿਖੀ ਹੈ, ਤਾਂ ਉਹਨਾਂ ਦਾ ਮੁੰਡਾ ਮਾਰਕੀਟ ਕਮੇਟੀ ਵਿੱਚ ਚੰਗੇ ਅਹੁਦੇ ਉੱਤੇ ਕੰਮ ਕਰਦਾ ਸੀ। ਉਸਨੇ ਇੱਕ ਦਿਨ ਕਿਹਾ ਕਿ ਭਾਬੀ ਜੀ, ਤੁਸੀਂ ਬਹੁਤ ਪੜ੍ਹੇ ਲਿਖੇ ਹੋ, ਜੇ ਕਹੋ ਤਾਂ ਮੈਂ ਮਾਰਕੀਟ ਕਮੇਟੀ ਵਿੱਚ ਤੁਹਾਡੇ ਲਈ ਕੋਸ਼ਿਸ਼ ਕਰਾਂ। ਇੱਕ ਚੰਗੇ ਅਹੁਦੇ ਦੀ ਪੋਸਟ ਹੁਣੇ ਖਾਲੀ ਹੋਈ ਹੈ। ਜੁਗਨੂ ਨੇ ਉਸ ਨੂੰ ਹਾਂ ਕਹਿ ਦਿੱਤੀ। ਉਸ ਮੁੰਡੇ ਨੇ ਆਪਣੇ ਰਸੂਖ ਨਾਲ ਥੋੜ੍ਹੇ ਦਿਨਾਂ ਵਿੱਚ ਹੀ ਜੁਗਨੂ ਦੀ ਮਾਰਕੀਟ ਕਮੇਟੀ ਵਿੱਚ ਗੌਰਮੈਂਟ ਵਾਲੀ ਨੌਕਰੀ ਪੱਕੀ ਕਰਵਾ ਦਿੱਤੀ। ਹੁਣ ਰੋਜ਼ ਸਵੇਰੇ ਜੁੱਗੀ ਸਕੂਟਰ ਉੱਤੇ ਜੁਗਨੂ ਨੂੰ ਦਫ਼ਤਰ ਛੱਡਣ ਜਾਂਦਾ ਅਤੇ ਸ਼ਾਮ ਨੂੰ ਲੈ ਕੇ ਆਉਂਦਾ। ਕਾਫੀ ਸਮਾਂ ਇਸ ਤਰ੍ਹਾਂ ਚੱਲਦਾ ਰਿਹਾ। ਜੁੱਗੀ ਨੂੰ ਸ਼ਰਾਬ ਪੀਣ ਦੀ ਆਦਤ ਤਾਂ ਨਹੀਂ ਸੀ, ਪਰ ਵਿਆਹ ਸ਼ਾਦੀ ਵਿੱਚ ਕਦੇ-ਕਦੇ ਪੀ ਲੈਂਦਾ ਸੀ। ਗੁਆਂਢੀਆਂ ਦਾ ਮੁੰਡਾ ਜਿਸ ਨੇ ਜੁਗਨੂ ਨੂੰ ਸਰਕਾਰੀ ਨੌਕਰੀ ਉੱਤੇ ਲਵਾਇਆ ਸੀ, ਉਸ ਦਾ ਨਾਮ ਜਗਦੀਸ਼ ਰਾਏ ਸੀ। ਗੁਆਂਢੀ ਹੋਣ ਕਰਕੇ ਜੁੱਗੂ ਦਾ ਉਸ ਪਰਿਵਾਰ ਨਾਲ ਬੋਲ ਚਾਲ ਬਣ ਗਿਆ। ਜਗਦੀਸ਼ ਰਾਏ ਸ਼ਰਾਬ ਦਾ ਆਦੀ ਸੀ ਅਤੇ ਉਹ ਰੋਜ਼ ਹੀ ਜੁੱਗੀ ਕੋਲ ਆ ਕੇ ਬੈਠ ਜਾਂਦਾ ਸੀ ਅਤੇ ਫਿਰ ਉਸਨੇ ਜੁੱਗੀ ਨੂੰ ਰੋਜ਼ ਸ਼ਰਾਬ ਪੀਣ ਦੀ ਆਦਤ ਪਾ ਦਿੱਤੀ। ਜਗਦੀਸ਼ ਰਾਏ ਸ਼ਰਾਬ ਪੀਂਦਿਆਂ ਹੋਇਆਂ ਜੁੱਗੀ ਨਾਲ ਘੱਟ ਅਤੇ ਜੁਗਨੂ ਨਾਲ ਬਹੁਤੀਆਂ ਗੱਲਾਂ ਕਰਦਾ ਸੀ। ਦਫ਼ਤਰ ਵਿੱਚ ਵੀ ਜੁਗਨੂ ਦੇ ਨੇੜੇ ਰਹਿੰਦਾ ਸੀ ਅਤੇ ਰਾਤ ਨੂੰ 11 ਵਜੇ ਤੱਕ ਵੀ ਉਹ ਜੁਗਨੂ ਦੇ ਘਰ ਹੀ ਬੈਠਾ ਰਹਿੰਦਾ ਸੀ। ਇਸ ਤਰ੍ਹਾਂ ਉਹ ਬਹੁਤ ਸਮਾਂ ਜੁਗਨੂ ਦੇ ਦੁਆਲੇ ਹੀ ਰਹਿੰਦਾ ਸੀ ਅਤੇ ਲੱਛੇਦਾਰ ਗੱਲਾਂ ਕਰਦਾ ਰਹਿੰਦਾ ਸੀ। ਹੌਲੀ-ਹੌਲੀ ਜੁਗਨੂ ਦਾ ਝੁਕਾਅ ਵੀ ਜਗਦੀਸ਼ ਰਾਏ ਵੱਲ ਵਧਣ ਲੱਗਾ ਅਤੇ ਬਹੁਤ ਨੇੜਤਾ ਵੱਧ ਗਈ। ਮਹਾਜਨ ਨੇ ਜੁਗਨੂ ਨੂੰ ਹੁਣ ਪੂਰਾ ਵਸ ਵਿੱਚ ਕਰ ਲਿਆ ਅਤੇ ਜੁਗਨੂ ਵੀ ਜਗਦੀਸ਼ ਰਾਏ ਬਾਣੀਏ ਦੀ ਦੀਵਾਨੀ ਜੀ ਹੋ ਗਈ। ਦੋਹਾਂ ਬਾਰੇ ਦਫ਼ਤਰ ਵਿੱਚ ਵੀ ਕਾਨਾਫੂਸੀ ਹੋਣ ਲੱਗੀ। ਜਗਦੀਸ਼ ਰਾਏ ਤਾਂ ਜੁਗਨੂ ਨੂੰ ਆਪਣੀ ਮਾਲਕੀਅਤ ਹੀ ਸਮਝਣ ਲੱਗ ਪਿਆ ਸੀ। ਹਰ ਵੇਲੇ ਜੁਗਨੂ ਦੇ ਨਾਲ ਰਹਿੰਦਾ ਸੀ। ਜੁਗਨੂ ਨੂੰ ਵੀ ਉਸ ਦਾ ਨੇੜੇ ਰਹਿਣਾ ਚੰਗਾ ਲੱਗਦਾ ਸੀ। ਜੁਗਨੂ ਨੂੰ ਛੱਡਣ ਜਾਣਾ ਅਤੇ ਲੈ ਕੇ ਆਉਣਾ ਹੁਣ ਜੁੱਗੀ ਦੀ ਇਹ ਜ਼ਿੰਮੇਵਾਰੀ ਖਤਮ ਹੋ ਗਈ ਸੀ ਅਤੇ ਅੱਜ ਕੱਲ੍ਹ ਜੁਗਨੂ ਜਗਦੀਸ਼ ਰਾਏ ਦੇ ਨਾਲ ਹੀ ਜਾਂਦੀ ਸੀ ਅਤੇ ਨਾਲ ਹੀ ਵਾਪਸ ਆਉਂਦੀ ਸੀ। ਜੁਗਨੂ ਦੀਆਂ ਇਹਨਾਂ ਹਰਕਤਾਂ ਨਾਲ ਹੁਣ ਜੁੱਗੀ ਨੂੰ ਪਿਛਲੇ ਸੱਚ ਦਾ ਪਤਾ ਲੱਗ ਗਿਆ ਸੀ, ਪਰ ਉਹ ਚੁੱਪ ਰਹਿੰਦਾ ਸੀ, ਸ਼ਾਂਤ ਰਹਿੰਦਾ ਸੀ। ਪਤਾ ਨਹੀਂ ਉਹ ਸ਼ਰਾਬ ਦੇ ਨਸ਼ੇ ਵਿੱਚ ਗੁੱਟ ਰਹਿੰਦਾ ਸੀ ਜਾਂ ਉਸਨੇ ਆਪਣੀ ਆਦਤ ਜੀ ਬਣਾ ਲਈ ਸੀ ਚੁੱਪ ਰਹਿਣ ਦੀ। ਉਸ ਦਾ ਪਿਆਰ ਕਰਨ ਦਾ ਤਰੀਕਾ ਵੀ ਅਜੀਬ ਸੀ। ਉਹ ਮਨ ਕਰਕੇ ਜੁਗਨੂ ਨਾਲ ਜੁੜਿਆ ਹੋਇਆ ਸੀ। ਪਤੀ ਵਰਤਾ ਇਸਤਰੀ ਵਾਂਗ ਉਹ ਸਭ ਦੇਖ ਤਾਂ ਰਿਹਾ ਸੀ, ਪਰ ਕੁਝ ਬੋਲਦਾ ਨਹੀਂ ਸੀ। ਉਹ ਕੋਈ ਵੀ ਬੁਰਾ ਸ਼ਬਦ ਬੋਲ ਕੇ ਆਪਣੇ ਆਪ ਨੂੰ ਤੇ ਜੁਗਨੀ ਨੂੰ ਦੁਖੀ ਨਹੀਂ ਕਰਨਾ ਚਾਹੁੰਦਾ ਸੀ। ਉਹ ਦੂਜੀ ਵਾਰ ਜੁਗਨੂ ਦਾ ਇਹ ਰੂਪ ਦੇਖ ਕੇ ਸ਼ਾਂਤੀ ਦਾ ਸਾਗਰ ਬਣ ਗਿਆ ਸੀ। ਹੁਣ ਜੁਗਨੂ ਨੇ ਆਪਣੀ ਜ਼ਿੰਦਗੀ ਅਤੇ ਮਰਜ਼ਾਦਾ ਦੀਆਂ ਬ੍ਰੇਕਾਂ ਤੋਂ ਪੈਰ ਚੁੱਕ ਲਿਆ ਸੀ। ਉਹ ਕਦੀ-ਕਦੀ ਰਾਤ ਨੂੰ ਜਗਦੀਸ਼ ਰਾਏ ਅਤੇ ਜੁੱਗੀ ਸਮੇਤ ਸੁਖਨਾ ਝੀਲ ਉੱਤੇ ਘੁੰਮਣ ਜਾਂਦੀ ਸੀ। ਜੁੱਗੀ ਨਹੀਂ ਵੀ ਜਾਣਾ ਚਾਹੁੰਦਾ ਸੀ, ਪਰ ਫਿਰ ਵੀ ਜੁਗਨੂ ਉਸ ਨੂੰ ਧੱਕੇ ਨਾਲ ਹੀ ਆਪਣੇ ਬਚਾਓ ਵਾਸਤੇ ਆਪਣੇ ਨਾਲ ਲੈ ਜਾਂਦੀ ਸੀ ਕਿ ਕੋਈ ਬੁਰਾ ਨਾ ਸੋਚੇ। ਝੀਲ ਉੱਤੇ ਜਾ ਕੇ
ਜੁੱਗੀ ਬੜੀ ਸ਼ਾਂਤੀ ਨਾਲ ਇੱਕ ਬੈਂਚ ਉੱਤੇ ਬੈਠ ਜਾਂਦਾ ਸੀ ਅਤੇ ਜਗਦੀਸ਼ ਰਾਏ ਤੇ ਜੁਗਨੂ ਦੇਰ ਰਾਤ ਤੱਕ ਘੁੰਮਦੇ ਫਿਰਦੇ ਰਹਿੰਦੇ ਸੀ ਅਤੇ ਆਨੰਦ ਲੈਂਦੇ ਸੀ ਝੀਲ ਦਾ। ਰਾਤ ਦੇ ਸਮੇਂ ਝੀਲ ਉੱਤੇ ਬਹੁਤ ਲੋਕ ਘੁੰਮਣ ਆਉਂਦੇ ਹਨ, ਜਿਨ੍ਹਾਂ ਵਿੱਚੋਂ ਬਹੁਤ ਅਮੀਰ ਪਰਿਵਾਰਾਂ ਦੇ ਲੋਕ ਵੀ ਹੁੰਦੇ ਹਨ। ਅੱਖਾਂ ਰਾਹੀਂ ਜੁਗਨੂ ਦੀ ਬਹੁਤ ਚਿਹਰਿਆਂ ਨਾਲ ਪਹਿਚਾਣ ਬਣ ਗਈ ਸੀ। ਅੱਖਾਂ ਰਾਹੀਂ ਜੁਗਨੂ ਦੀ ਬਹੁਤ ਚਿਹਰਿਆਂ ਨਾਲ ਪਹਿਚਾਣ ਬਣ ਗਈ ਸੀ। ਇਹਨਾਂ ਬਹੁਤ ਚਿਹਰਿਆਂ ਵਿੱਚੋਂ ਜੁਗਨੂ ਨੇ ਇੱਕ ਅਮੀਰ ਚਿਹਰਾ ਆਪਣੀਆਂ ਸ਼ਿਕਾਰੀ ਅੱਖਾਂ ਦਾ ਸ਼ਿਕਾਰ ਬਣਾ ਲਿਆ। ਇਹਨਾਂ ਬਹੁਤ ਚਿਹਰਿਆਂ ਵਿੱਚੋਂ ਜੁਗਨੂ ਨੇ ਇੱਕ ਅਮੀਰ ਚਿਹਰਾ ਆਪਣੀਆਂ ਸ਼ਿਕਾਰੀ ਅੱਖਾਂ ਦਾ ਸ਼ਿਕਾਰ ਬਣਾ ਲਿਆ। ਅੱਜ ਕੱਲ੍ਹ ਇੱਕ ਲਾਲ ਰੰਗ ਦੀ ਅੰਪਾਲਾ ਕਾਰ ਹਫ਼ਤੇ ਵਿੱਚ 2 ਵਾਰ ਰਾਤ ਨੂੰ ਜੁਗਨੂ ਦੇ ਘਰ ਕੋਲ ਆ ਕੇ ਰੁਕਦੀ ਸੀ। ਜੁਗਨੂ ਨੂੰ ਲੈ ਕੇ ਜਾਂਦੀ ਸੀ ਅਤੇ ਸਵੇਰੇ ਹਨੇਰੇ ਛੱਡ ਜਾਂਦੀ ਸੀ। ਉਹ ਵੱਡੀ ਅਤੇ ਮਹਿੰਗੀ ਕਾਰ ਸ਼ਹਿਰ ਦੇ ਇੱਕ ਅਮੀਰ ਬੰਦੇ ਦੇ ਬੇਟੇ ਦੀ ਸੀ। ਇਹ ਵੇਖ ਕੇ ਜਗਦੀਸ਼ ਰਾਏ ਬਾਣੀਏ ਦੀ ਹਿੱਕ ਉੱਤੇ ਸੱਪ ਲੇਟਦਾ ਸੀ। ਅਮੀਰ ਬੰਦੇ ਅੱਗੇ ਉਹ ਕੁਝ ਕਰ ਨਹੀਂ ਸਕਦਾ ਸੀ, ਪਰ ਚੁੱਪ ਰਹਿੰਦਾ ਸੀ। ਉਸ ਦੀ ਚੁੱਪ ਦਾ ਕਾਰਨ ਇਹ ਵੀ ਸੀ ਕਿ ਜੁਗਨੂ ਨੇ ਉਸ ਨੂੰ ਮਿਲਣਾ ਗਿਲਣਾ ਛੱਡਿਆ ਨਹੀਂ ਸੀ ਅਤੇ ਉਹ ਜਗਦੀਸ਼ ਰਾਏ ਕਰਕੇ ਦਫ਼ਤਰ ਵੀ ਲੇਟ ਜਾਂਦੀ ਸੀ। ਅੱਜ ਕੱਲ੍ਹ ਤਾਂ ਉਹ ਦਫ਼ਤਰ ਵਿੱਚ ਕੰਮ ਵੀ ਆਪਣੀ ਮਰਜ਼ੀ ਨਾਲ ਹੀ ਕਰਦੀ ਸੀ, ਕਿਉਂਕਿ ਉਸ ਦੇ ਪਿੱਛੇ ਕਿਸੇ ਅਮੀਰ ਦਾ ਹੱਥ ਸੀ। ਜਗਦੀਸ਼ ਰਾਏ ਨੂੰ ਜੁਗਨੂ ਨਾਲ ਮਨ ਦਾ ਪਿਆਰ ਨਹੀਂ ਸੀ। ਉਹ ਤਾਂ ਬਸ ਮਜ਼ੇ ਹੀ ਲੈਂਦਾ ਸੀ, ਪਰ ਉਹ ਅੰਦਰੋਂ ਖਾਰ ਜ਼ਰੂਰ ਖਾਂਦਾ ਸੀ ਕਿ ਜੁਗਨੂ ਮੇਰੀ ਮੁੱਠੀ ਵਿੱਚ ਕਿਉਂ ਨਹੀਂ ਰਹੀ। ਪਰ ਜੁਗਨੂ ਪਿੱਛੇ ਮੁੜ ਕੇ ਵੇਖਣ ਵਾਲਿਆਂ ਵਿੱਚੋਂ ਨਹੀਂ ਸੀ। ਇੱਕ ਦਿਨ ਜੁੱਗੀ ਦੀ ਮਾਂ 9 ਪੁੱਤ ਨੂੰ ਮਿਲਣ ਵਾਸਤੇ ਆਈ ਅਤੇ ਆਪਣੇ ਬੇਟੇ ਦੀ ਹਾਲਤ ਦੇਖ ਕੇ ਡਰ ਗਈ। ਜੁਗਨੂ ਨੇ ਆਪਣੀ ਸੱਸ ਦੇ ਹੁੰਦਿਆਂ ਆਪਣੇ ਆਪ ਨੂੰ ਬਹੁਤ ਸੰਭਾਲਿਆ, ਪਰ ਸੱਸ ਦੀਆਂ ਬਜ਼ੁਰਗ ਅੱਖਾਂ ਤੋਂ ਉਹ ਬਚ ਨਾ ਸਕੀ। 2 ਦਿਨ ਰਹਿ ਕੇ ਜੁੱਗੀ ਦੀ ਮਾਂ ਸਿੱਧੀ ਆਪਣੇ ਪੇਕੇ ਘਰ ਗਈ ਅਤੇ ਆਪਣੇ ਭਰਾ ਨੂੰ ਜਾ ਸਾਰੀ ਗੱਲ ਦੱਸੀ। ਭਰਾ ਨੇ ਸਮਝਾਇਆ ਕਿ ਭੈਣ ਤੂੰ ਚਿੰਤਾ ਨਾ ਕਰ, ਮੈਂ ਸਭ ਪਤਾ ਕਰ ਲੈਂਦਾ। ਜੁੱਗੀ ਦੇ ਮਾਮੇ ਨੇ ਇੱਕ ਬੰਦੇ ਨੂੰ ਸਮਝਾ ਕੇ ਭੇਜਿਆ ਜੋ ਉਸ ਦੇ ਪੂਰੇ ਵਿਸ਼ਵਾਸ ਵਾਲਾ ਸੀ। ਉਸਨੇ 4 ਦਿਨਾਂ ਵਿੱਚ ਹੀ ਸਾਰੀ ਸੂਹ ਕੱਢ ਕੇ ਜੁੱਗੀ ਦੇ ਮਾਮੇ ਨੂੰ ਆ ਦੱਸੀ ਕਿ ਜੋ ਭੈਣ ਨੇ ਦੇਖਿਆ ਹੈ ਗੱਲ ਉਸ ਤੋਂ ਵੀ ਅੱਗੇ ਹੈ। ਜੁੱਗੀ ਦੇ ਮਾਮੇ ਨੇ ਆਪਣੇ ਤਾਏ ਦੇ ਪੁੱਤਰ ਭਰਾ ਨੂੰ ਨਾਲ ਲਿਆ ਅਤੇ ਭੈਣ ਦੇ ਪਿੰਡ ਆ ਵੱਜਿਆ। ਭੈਣ ਨੂੰ ਸਾਰੀ ਗੱਲ ਦੱਸੀ। ਰਾਤ ਭਰ ਇਹੋ ਹੀ ਗੱਲ ਉੱਤੇ ਵਿਚਾਰ ਚੱਲਦੀ ਰਹੀ ਕਿ ਗੱਲ ਨੂੰ ਲੰਮਾ ਨਾ ਪਾਇਆ ਜਾਏ ਅਤੇ ਗੱਲ ਨੂੰ ਉਛਾਲ ਕੇ ਰਿਸ਼ਤੇਦਾਰਾਂ ਵਿੱਚ ਵੀ ਬਦਨਾਮੀ ਨਾ ਖੱਟੀ ਜਾਏ। ਗੱਲ ਨੂੰ ਜ਼ਿਆਦਾ ਲੰਮਾ ਨਾ ਪਾਇਆ ਜਾਏ ਅਤੇ ਗੱਲ ਨੂੰ ਉਛਾਲ ਕੇ ਰਿਸ਼ਤੇਦਾਰੀਆਂ ਵਿੱਚ ਬਦਨਾਮੀ ਵੀ ਨਾ ਖੱਟੀ ਜਾਏ। ਅੰਤਮ ਫੈਸਲਾ ਕਰਕੇ ਮੁੰਡੇ ਨੂੰ ਘਰੇ ਲਿਆਂਦਾ ਜਾਏ ਅਤੇ ਕੁੜੀ ਨੂੰ ਉਸਦੇ ਮਾਂ-ਪਿਓ ਦੇ ਘਰ ਭੇਜ ਦਿੱਤਾ ਜਾਏ। ਸਵੇਰੇ ਮੂੰਹ ਹਨੇਰੇ ਹੀ ਤਿੰਨਾਂ ਭੈਣ ਭਰਾਵਾਂ ਨੇ ਜਾ ਪਿੰਡ ਦੇ ਨੰਬਰਦਾਰ ਦਾ ਬੂਹਾ ਖੜਕਾਇਆ। ਉਸ ਨੂੰ ਸੁੱਤਿਆਂ ਉਠਾ ਕੇ ਉਸ ਨਾਲ ਸਾਰੀ ਗੱਲਬਾਤ ਕੀਤੀ ਅਤੇ ਆਪਣਾ ਫੈਸਲਾ ਵੀ ਦੱਸ ਦਿੱਤਾ ਕਿ ਤੂੰ ਅੱਜ ਸਾਡੇ ਨਾਲ ਕੁੜੀ ਵਾਲਿਆਂ ਦੇ ਘਰ ਚੱਲ। ਨੰਬਰਦਾਰ ਨੇ ਹਾਮੀ ਭਰ ਦਿੱਤੀ। ਸਵੇਰ ਹੁੰਦਿਆਂ ਹੀ ਕੁੜੀ ਵਾਲਿਆਂ ਦੇ ਘਰ ਪਹੁੰਚ ਗਏ। ਸਵੇਰੇ ਕੁੜਮਾਂ ਨੂੰ ਆਪਣੇ ਘਰ ਵੇਖ ਕੇ ਪ੍ਰਤਾਪ ਸਿੰਘ ਦੇ ਪੈਰਾਂ ਹੇਠੋਂ ਜ਼ਮੀਨ ਜੀ ਨਿਕਲ ਗਈ ਅਤੇ ਅੱਗੇ ਹੋ ਕੇ ਆਓ ਭਗਤ ਕਰਨ ਤੋਂ ਬਾਅਦ ਪ੍ਰਤਾਪ ਸਿੰਘ ਨੇ ਪੁੱਛਿਆ, ਭੈਣ ਜੀ ਸਵੇਰੇ ਆਉਣ ਦਾ ਕੀ ਸਬੱਬ ਬਣਿਆ ਹੈ? ਜੁੱਗੀ ਦੀ ਮਾਂ ਨੇ ਆਪਣੇ ਭਰਾਵਾਂ ਵੱਲ ਦੇਖ ਕੇ ਕਿਹਾ, ਭਰਾ ਜੀ ਅਸੀਂ ਤਾਂ ਤੁਹਾਨੂੰ ਮਿਲਣ ਆਏ ਹਾਂ।
ਚਾਹ ਪੀਂਦਿਆਂ ਪੀਂਦਿਆਂ ਨੰਬਰਦਾਰ ਨੇ ਗੱਲ ਚਲਾਈ ਕਿ ਬਾਈ ਜੀ, ਇਹ ਤੁਹਾਡੇ ਨਾਲ ਕੁਝ ਗੱਲ ਕਰਨ ਆਏ ਆ। ਇਹ ਕਹਿ ਕੇ ਨੰਬਰਦਾਰ ਚੁੱਪ ਕਰ ਗਿਆ ਅਤੇ ਕਿਹਾ, ਭਾਈ ਹੁਣ ਤੁਸੀਂ ਖੁੱਲ੍ਹ ਕੇ ਆਪੇ ਹੀ ਗੱਲ ਕਰ ਲਵੋ। ਜੁੱਗੀ ਦੀ ਮਾਂ ਨੇ ਗੱਲ ਸ਼ੁਰੂ ਕੀਤੀ ਕਿ ਵੀਰ ਪ੍ਰਤਾਪ ਸਿਆਂ, ਹੁਣ ਗੱਲ ਸਾਡੇ ਵੱਸੋਂ ਬਾਹਰ ਹੋ ਗਈ ਹੈ, ਇਸ ਕਰਕੇ ਬੋਲਣ ਲੱਗੇ ਹਾਂ। ਹੁਣ ਗੱਲ ਸਾਡੇ ਵੱਸੋਂ ਬਾਹਰ ਹੋ ਗਈ ਹੈ, ਇਸ ਕਰਕੇ ਬੋਲਣ ਲੱਗੇ ਹਾਂ। ਨੌ ਰਾਣੀ ਦਾ ਘਰ ਅਤੇ ਪਿੰਡ ਵਿੱਚ ਵੀ ਚਾਲ ਚੱਲਣ ਠੀਕ ਨਹੀਂ ਰਿਹਾ ਸੀ। ਇਸ ਵਾਸਤੇ ਅਸੀਂ ਉਹਨਾਂ ਦੋਨਾਂ ਨੂੰ ਸ਼ਹਿਰ ਵਿੱਚ ਛੱਡਿਆ ਸੀ ਅਤੇ ਪਿੰਡ ਵਿੱਚ ਗੱਲ ਫੈਲਾ ਦਿੱਤੀ ਸੀ ਕਿ ਨੌ ਨੂੰ ਨੌਕਰੀ ਮਿਲ ਗਈ ਹੈ। ਹੁਣ ਭਾਈ ਨੌ ਦੇ ਸ਼ਹਿਰ ਵਿੱਚ ਵੀ ਉਹੋ ਹੀ ਚਾਲੇ ਹਨ। ਮੁੰਡੇ ਨੂੰ ਸ਼ਰਾਬ ਵਿੱਚ ਗੁੱਟ ਕਰਕੇ ਸੁਆ ਛੱਡਦੀ ਹੈ ਅਤੇ ਆਪ ਸੈਰ ਸਪਾਟਿਆਂ ਉੱਤੇ ਰਹਿੰਦੀ ਹੈ। ਮੈਂ ਆਪਣੀਆਂ ਅੱਖਾਂ ਨਾਲ ਦੇਖ ਕੇ ਆਈ ਹਾਂ। ਅਸੀਂ ਗੁਪਤ ਬੰਦਾ ਭੇਜ ਕੇ ਵੀ ਸਬੂਤਾਂ ਸਮੇਤ ਪਤਾ ਕਰ ਲਿਆ ਹੈ। ਹੁਣ ਸਾਡੇ ਸਿਰ ਉੱਤੋਂ ਦੀ ਪਾਣੀ ਲੰਘ ਚੁੱਕਿਆ, ਹੁਣ ਬਰਦਾਸ਼ਤ ਨਹੀਂ ਹੁੰਦਾ। ਭਾਈ ਪ੍ਰਤਾਪ ਸਿਆਂ, 100% ਦੀ ਇੱਕੋ ਗੱਲ ਹੈ ਕਿ ਹੁਣ ਕੁੜੀ ਅਸੀਂ ਆਪਣੇ ਘਰ ਨਹੀਂ ਰੱਖਣੀ, ਸਾਨੂੰ ਜ਼ਿਆਦਾ ਨਾ ਆਖੀ। ਇਹ ਗੱਲ ਸੁਣ ਕੇ ਇੱਕ ਬਾਪ ਦਾ ਦਿਲ ਡੁੱਬ ਜਾਂਦਾ ਸੀ। ਸਵੇਰੇ ਸਵੇਰੇ ਖਾਲੀ ਪੇਟ ਉਸ ਨੂੰ ਹੌਲ ਪੈਂਦੇ ਸਨ। ਉਸ ਦਾ ਜੀ ਕਰਦਾ ਸੀ ਕਿ ਉਹ ਉੱਚੀ ਉੱਚੀ ਭੁੱਬਾਂ ਮਾਰ ਕੇ ਰੋਵੇ। ਉਸਨੇ ਆਪਣੇ ਦੋਵੇਂ ਹੱਥ ਜੋੜੇ ਅਤੇ ਉਸ ਦੀਆਂ ਅੱਖਾਂ ਵਿੱਚੋਂ ਪਾਣੀ ਵਗਣ ਲੱਗਾ। ਉਹ ਵਿਚਾਰਿਆਂ ਵਾਂਗ ਆਪਣੀ ਕੁੜਮਣੀ ਅੱਗੇ ਹੱਥ ਜੋੜੀ ਖੜਾ ਸੀ ਅਤੇ ਬੇਟੀ ਦੇ ਗੁਨਾਹਾਂ ਦੀ ਵਾਰ-ਵਾਰ ਮਾਫੀ ਮੰਗਦਾ ਸੀ। ਜੁੱਗੀ ਦੀ ਮਾਂ ਕਹਿੰਦੀ, ਵੀਰ ਪ੍ਰਤਾਪ ਸਿਆਂ, ਹੱਥ ਨਾ ਜੋੜ, ਇੱਕ ਵਾਰ ਅਸੀਂ ਉਸ ਨੂੰ ਮਾਫ ਕੀਤਾ, ਹੁਣ ਤਾਂ ਉਸਨੇ ਹੱਦ ਕਰ ਦਿੱਤੀ। ਮੇਰੇ ਮੁੰਡੇ ਨੂੰ ਨਸ਼ੇ ਉੱਤੇ ਲਾ ਕੇ ਆਪ ਗਲਤ ਕੰਮ ਕਰਦੀ ਫਿਰਦੀ ਹੈ, ਇਹ ਮਾਫ ਨਹੀਂ ਹੋ ਸਕਦਾ। ਆਖਰ ਨੂੰ ਇਹੀ ਫੈਸਲਾ ਹੋਇਆ ਅਤੇ ਪ੍ਰਤਾਪ ਸਿੰਘ ਨੇ ਕਿਹਾ, ਭੈਣ ਜੀ 4 ਕੁ ਦਿਨ ਦਿਓ, ਮੈਂ ਆਪ ਜਾਵਾਂਗਾ ਅਤੇ ਪਤਾ ਕਰਾਂਗਾ। ਇਹੋ ਜਿਹਾ ਕੁਝ ਲੱਗਾ ਤਾਂ ਮੈਂ ਉੱਥੋਂ ਸਿੱਧੀ ਕੁੜੀ ਨੂੰ ਆਪਣੇ ਘਰ ਲੈ ਆਵਾਂਗਾ। ਇਹੋ ਜਿਹਾ ਕੁਛ ਲੱਗਾ ਤਾਂ ਮੈਂ ਉੱਥੋਂ ਸਿੱਧੇ ਹੀ ਕੁੜੀ ਨੂੰ ਆਪਣੇ ਘਰ ਲੈ ਆਵਾਂਗਾ। ਬਿਨਾਂ ਰੋਟੀ ਖਾਧਿਆਂ ਹੀ ਪ੍ਰਤਾਪ ਸਿੰਘ ਦੇ ਘਰੋਂ ਸਾਰੇ ਜਣੇ ਵਾਪਸ ਘਰ ਆ ਗਏ। ਉਸੇ ਦਿਨ ਹੀ ਸ਼ਾਮ ਨੂੰ ਪ੍ਰਤਾਪ ਸਿੰਘ ਆਪਣੇ ਵੱਡੇ ਭਰਾ ਸਮੇਤ ਵੱਡੇ ਸ਼ਹਿਰ ਚੰਡੀਗੜ੍ਹ ਵੱਲ ਨੂੰ ਚੱਲ ਪਿਆ ਅਤੇ ਰਾਤ ਦੇ 10 ਕੁ ਵਜੇ ਦੇ ਕਰੀਬ ਪਹੁੰਚ ਗਿਆ। ਕੁਦਰਤ ਦਾ ਭਾਣਾ, ਜੁੱਗੀ ਸ਼ਰਾਬ ਵਿੱਚ ਧੁੱਤ ਘਰ ਵਿੱਚ ਪਿਆ ਸੀ ਅਤੇ ਜੁਗਨੂ ਘਰ ਵਿੱਚ ਨਹੀਂ ਸੀ। ਇਹ ਦ੍ਰਿਸ਼ ਦੇਖ ਕੇ ਪ੍ਰਤਾਪ ਸਿੰਘ ਗਸ਼ ਖਾ ਕੇ ਡਿੱਗ ਪਿਆ। ਨਾਲ ਆਏ ਵੱਡੇ ਭਰਾ ਨੇ ਉਸ ਨੂੰ ਮੰਜੇ ਉੱਤੇ ਪਾ ਕੇ ਹੋਸ਼ ਵਿੱਚ ਲਿਆਂਦਾ। ਹੋਸ਼ ਆਉਣ ਤੋਂ ਬਾਅਦ ਪ੍ਰਤਾਪ ਸਿੰਘ ਨੂੰ ਸਾਰੀ ਰਾਤ ਨੀਂਦ ਨਾ ਆਈ। ਨਾਲ ਆਇਆ ਭਰਾ ਸਾਰੀ ਰਾਤ ਸਮਝਾਉਂਦਾ ਰਿਹਾ ਕਿ ਭਾਵੀ ਦੀ ਲਿਖੀ ਨੂੰ ਕੋਈ ਨਹੀਂ ਮੇਟ ਸਕਦਾ। ਸਵੇਰੇ ਦੇ 5:30 ਕੁ ਵਜੇ ਜੁਗਨੂ ਘਰ ਆਈ ਤਾਂ ਆਪਣੇ ਪਿਤਾ ਜੀ ਅਤੇ ਤਾਇਆ ਜੀ ਨੂੰ ਦੇਖ ਕੇ ਉਸ ਦੇ ਪੈਰਾਂ ਥੱਲੋਂ ਜ਼ਮੀਨ ਨਿਕਲ ਗਈ ਤੇ ਡਰ ਗਈ ਅਤੇ ਉਸ ਦਾ ਰੰਗ ਇੱਕਦਮ ਪੀਲਾ ਪੈ ਗਿਆ। ਇੱਕਦਮ ਉਸ ਨੂੰ ਕੋਈ ਬਹਾਨਾ ਵੀ ਨਹੀਂ ਸੁੱਝ ਰਿਹਾ ਸੀ। ਬਹਾਨਾ ਕੋਈ ਕਰ ਵੀ ਨਹੀਂ ਸਕਦੀ ਸੀ, ਕਿਉਂਕਿ ਪਿਤਾ ਤੇ ਤਾਇਆ ਤਾਂ ਪੂਰੀ ਰਾਤ ਘਰ ਵਿੱਚ ਹੀ ਬੈਠੇ ਸਨ ਅਤੇ ਉਹ ਆਪ ਬਾਹਰ ਸੀ। ਉਹ ਦਰਵਾਜ਼ੇ ਅੱਗੇ ਬੁੱਤ ਜਿਹਾ ਬਣੀ ਖੜੀ ਸੀ। ਦੋਵਾਂ ਭਰਾਵਾਂ ਨੇ ਸਬਰ ਦਾ ਘੁੱਟ ਪੀਤਾ ਅਤੇ ਬੜੇ ਠੰਮੇ ਨਾਲ ਕਿਹਾ, ਬੇਟਾ ਤੇਰੀ ਮਾਂ ਬਹੁਤ ਬਿਮਾਰ ਹੈ, ਅਸੀਂ ਤੈਨੂੰ ਲੈਣ ਆਏ ਹਾਂ।
ਜੁਗਨੂ ਨੂੰ ਸੱਚਮੁੱਚ ਲੱਗਿਆ ਕਿ ਉਸ ਦੀ ਮਾਂ ਬਿਮਾਰ ਹੀ ਹੋਣੀ ਹੈ, ਜੋ ਇਹ ਇੰਨੀ ਜਲਦੀ ਦੇ ਆਏ ਹੋਏ ਹਨ। ਉਸ ਦੇ ਤਾਏ ਨੇ ਦੇਖਿਆ ਕਿ ਜੁਗਨੂ ਸ਼ਰਾਬ ਦੇ ਨਸ਼ੇ ਵਿੱਚ ਹੈ, ਇਸ ਨੂੰ ਹੁਣੇ ਲੈ ਕੇ ਜਾਣਾ ਠੀਕ ਨਹੀਂ ਹੋਵੇਗਾ। ਉਸਨੇ ਕਿਹਾ, ਜੁਗਨੂ ਪੁੱਤ, ਤੂੰ ਥੋੜਾ ਆਰਾਮ ਕਰ ਲੈ, ਹਾਲੀ ਬਹੁਤ ਜਲਦੀ ਹੈ। ਇਹ ਕਹਿ ਕੇ ਤਾਏ ਨੇ ਜੁਗਨੂ ਨੂੰ ਬਿਸਤਰੇ ਉੱਤੇ ਲੰਮੇ ਪੈਣ ਲਈ ਆਖਿਆ ਅਤੇ ਉਹ ਪੈਂਦਿਆਂ ਸਾਰ ਹੀ ਸੌਂ ਗਈ। ਜੁਗਨੂ ਦੀ ਇਹ ਹਾਲਤ ਦੇਖ ਕੇ ਪ੍ਰਤਾਪ ਸਿੰਘ ਦੀ ਤਾਂ ਜ਼ੁਬਾਨ ਹੀ ਠਾਕੀ ਗਈ। ਉਹ ਕੁਝ ਬੋਲ ਹੀ ਨਹੀਂ ਰਿਹਾ ਸੀ। ਬਸ ਉਸ ਦਾ ਵੱਡਾ ਭਰਾ ਦੋਵੇਂ ਪਾਸੇ ਹਿੰਮਤ ਦਿਖਾ ਰਿਹਾ ਸੀ। ਦੁਪਹਿਰ ਤੱਕ ਤਾਏ ਨੇ ਜੁਗਨੂ ਨੂੰ 3-4 ਵਾਰੀ ਨਿੰਬੂ ਪਾਣੀ ਪਿਲਾ ਦਿੱਤਾ ਸੀ ਤਾਂ ਕਿ ਨਸ਼ਾ ਜਲਦੀ ਉਤਰ ਜਾਏ। ਸ਼ਾਮ ਤੱਕ ਜੁਗਨੂ ਨੂੰ ਜਾਗ ਆ ਗਈ ਅਤੇ ਹੋਸ਼ ਵੀ ਆ ਗਈ। ਉਸ ਨੇ ਉੱਠ ਕੇ ਇਸ਼ਨਾਨ ਕੀਤਾ ਅਤੇ ਪਿੰਡ ਜਾਣ ਵਾਸਤੇ ਤਿਆਰ ਹੋਣ ਲੱਗੀ। ਉਸ ਦੇ ਤਾਇਆ ਜੀ ਨੇ ਦੁੱਧ ਨਾ ਹੋਣ ਦਾ ਬਹਾਨਾ ਬਣਾ ਕੇ ਪਾਣੀ ਵਿੱਚ ਚਾਹ ਪੱਤੀ ਉਬਾਲ ਕੇ ਜੁਗਨੂ ਨੂੰ ਪਿਆ ਦਿੱਤੀ ਤਾਂ ਕਿ ਰਸਤੇ ਵਿੱਚ ਜਾਂ ਘਰ ਜਾ ਕੇ ਉਸ ਦੇ ਮੂੰਹ ਵਿੱਚੋਂ ਸ਼ਰਾਬ ਦੀ ਬੋ ਨਾ ਆਵੇ। ਉਹ ਜਾਣ ਬੁੱਝ ਕੇ ਸੂਰਜ ਡੁੱਬਣ ਤੋਂ ਬਾਅਦ ਸ਼ਹਿਰ ਵਿੱਚੋਂ ਚੱਲੇ ਸਨ। ਉਹ ਚਾਹੁੰਦੇ ਸੀ ਕਿ ਪਿੰਡ ਵੜਦਿਆਂ ਹੋਇਆਂ ਉਹਨਾਂ ਦੇ ਕੋਈ ਮੱਥੇ ਨਾ ਲੱਗੇ। ਉਦੋਂ ਤੱਕ ਜੁੱਗੀ ਦੀ ਮਾਂ ਅਤੇ ਉਸ ਦਾ ਮਾਮਾ ਵੀ ਆ ਗਏ। ਇੰਨੇ ਟਾਈਮ ਵਿੱਚ ਜੁੱਗੀ ਦੀ ਮਾਂ ਅਤੇ ਉਸ ਦਾ ਮਾਮਾ ਵੀ ਆ ਗਏ। ਦੋਹਾਂ ਧਿਰਾਂ ਨੇ ਦੁੱਖ ਸੁੱਖ ਦੀਆਂ ਗੱਲਾਂ ਵਿੱਚੋਂ ਜੁਗਨੂ ਨੂੰ ਪਤਾ ਹੀ ਨਾ ਲੱਗਣ ਦਿੱਤਾ ਕਿ ਉਹ ਇੱਥੇ ਕਿਉਂ ਇਕੱਠੇ ਹੋਏ ਹਨ। ਪ੍ਰਤਾਪ ਸਿੰਘ ਹੋਰਾਂ ਦੇ ਤੁਰ ਜਾਣ ਮਗਰੋਂ ਜੁੱਗੀ ਦੀ ਮਾਂ ਵੀ ਜੁੱਗੀ ਨੂੰ ਲੈ ਕੇ ਘਰ ਨੂੰ ਤੁਰ ਪਈ। ਰਾਤ ਦੇ 10-11 ਵਜੇ ਦੇ ਕਰੀਬ ਜੁਗਨੂ ਆਪਣੇ ਘਰ ਪਹੁੰਚ ਗਈ। ਘਰ ਜਾ ਕੇ ਮਾਂ ਨੂੰ ਠੀਕ ਦੇਖ ਕੇ ਅਤੇ ਪਿਤਾ ਅਤੇ ਤਾਏ ਦੇ ਬਦਲੇ ਤੇਵਰ ਦੇਖ ਕੇ ਉਸ ਨੂੰ ਸਾਰੀ ਕਹਾਣੀ ਸਮਝ ਆ ਗਈ। ਉਹ ਰਾਤ ਦੇ 12 ਵਜੇ ਵੀ ਸੋਫੇ ਉੱਤੇ ਡਰੀ ਹੋਈ ਬੈਠੀ ਸੀ। ਹਾਲਾਂਕਿ ਉਸ ਦੇ ਪਿਤਾ, ਮਾਂ ਜਾਂ ਤਾਏ ਨੇ ਉਸ ਨੂੰ ਕੁਝ ਨਹੀਂ ਕਿਹਾ ਸੀ, ਪਰ ਉਸ ਦੇ ਗੁਨਾਹ ਹੀ ਇੱਕ ਇੱਕ ਕਰਕੇ ਉਸ ਦੀਆਂ ਅੱਖਾਂ ਅੱਗੋਂ ਦੀ ਲੰਘ ਰਹੇ ਸੀ। ਪ੍ਰਤਾਪ ਸਿੰਘ ਆਪਣੇ ਕਮਰੇ ਵਿੱਚ ਜਾ ਕੇ ਲੰਮਾ ਪੈ ਗਿਆ ਸੀ। ਉਸ ਦਾ ਵੱਡਾ ਭਰਾ ਵੀ ਅੱਜ ਉਸ ਦੇ ਕੋਲ ਹੀ ਪੈ ਗਿਆ ਸੀ ਕਿ ਛੋਟਾ ਕੁਝ ਕਰ ਨਾ ਲਵੇ। ਉਸ ਦੀ ਮਾਂ ਨੇ ਜੁਗਨੂ ਦੇ ਮੋਢੇ ਉੱਤੇ ਸਿਰ ਰੱਖਿਆ। ਹੋਇਆ ਸੀ, ਪਰ ਬੋਲ ਕੁਝ ਨਹੀਂ ਰਹੀ ਸੀ। ਆਖਰ ਮਾਂ ਨੇ ਹੀ ਰਾਤ ਦੇ 2 ਵਜੇ ਜੁਗਨੂ ਨੂੰ ਬਾਹੋਂ ਫੜ ਕੇ ਬਿਸਤਰੇ ਉੱਪਰ ਲਿਟਾ ਦਿੱਤਾ। ਦੂਜੇ ਦਿਨ ਜੁਗਨੂ ਸਵੇਰੇ 10 ਵਜੇ ਉੱਠੀ ਸੀ। ਉਸ ਦਾ ਸਿਰ ਬਹੁਤ ਦਰਦ ਕਰਦਾ ਸੀ। ਸ਼ਾਇਦ ਨਸ਼ੇ ਦੀ ਤੋਟ ਪੈਂਦੀ ਸੀ, ਪਰ ਆਪਣੇ ਆਪ ਨੂੰ ਘਰ ਵਿੱਚ ਦੇਖ ਕੇ ਉਸ ਦੇ ਦਿਮਾਗ ਦੇ ਤੋਤੇ ਉੱਡ ਗਏ ਸਨ। ਪ੍ਰਤਾਪ ਸਿੰਘ ਅਤੇ ਉਸ ਦਾ ਭਰਾ ਸਵੇਰੇ ਸਵੇਰੇ ਬਾਹਰੋਂ ਪਿੰਡ ਵਿੱਚ ਗੇੜਾ ਕੱਢਿਆ ਸਨ। ਅੱਜ ਉਹਨਾਂ ਨੂੰ ਲੱਗਦਾ ਸੀ ਕਿ ਜਿਵੇਂ ਸਭ ਨੂੰ ਪਤਾ ਲੱਗ ਗਿਆ ਹੋਵੇ ਅਤੇ ਸਾਰੇ ਲੋਕ ਘੂਰ ਘੂਰ ਕੇ ਕੁਝ ਪੁੱਛ ਰਹੇ ਹੋਣ। ਸਵੇਰ ਦਾ ਖਾਣਾ ਖਾਣ ਤੋਂ ਬਾਅਦ ਡਰਾਇੰਗ ਰੂਮ ਵਿੱਚ ਜੁਗਨੂ ਨੂੰ ਬਿਠਾ ਕੇ ਮਾਂ ਬਾਪ ਨੇ ਅਤੇ ਤਾਏ ਨੇ ਇੱਕੋ ਵਾਰੀ ਹੀ ਬੜੇ ਠਰਮੇ ਨਾਲ ਕੁਝ ਗੱਲਾਂ ਕਹੀਆਂ ਸਨ ਕਿ ਜੁਗਨੂ, ਤੂੰ ਅੱਜ ਤੋਂ ਬਾਅਦ ਘਰ ਤੋਂ ਬਾਹਰ ਨਹੀਂ ਜਾਏਂਗੀ। ਤੇਰੇ ਸਹੁਰਿਆਂ ਨੇ ਤੈਨੂੰ ਛੱਡ ਦਿੱਤਾ ਹੈ ਅਤੇ ਤੇਰਾ ਹੁਣ ਉਹਨਾਂ ਨਾਲ ਕੋਈ ਰਿਸ਼ਤਾ ਨਹੀਂ ਰਿਹਾ। ਪਿੰਡੋਂ ਬਾਹਰ ਜਾਣਾ ਤਾਂ ਦੂਰ ਦੀ ਗੱਲ ਹੈ, ਤੂੰ ਪਿੰਡ ਵਿੱਚ ਕਿਸੇ ਦੇ ਘਰ ਵੀ ਨਹੀਂ ਜਾ ਸਕਦੀ।
ਸਾਡੀ ਇੱਜ਼ਤ ਜਿੰਨੀ ਕੁ ਬਾਕੀ ਰਹਿ ਗਈ ਹੈ, ਹੁਣ ਉਸ ਨੂੰ ਬਚਾ ਕੇ ਰੱਖੀ। ਇਸ ਤੋਂ ਜ਼ਿਆਦਾ ਕਿਸੇ ਨੇ ਉਸ ਨੂੰ ਕੁਝ ਨਹੀਂ ਆਖਿਆ। ਉਸ ਦਿਨ ਤੋਂ ਜੁਗਨੂ ਘਰ ਦੇ ਵਿੱਚ ਇੱਕ ਤਰ੍ਹਾਂ ਨਾਲ ਕੈਦ ਹੋ ਗਈ ਸੀ। ਜੋ ਲਾਗਣ ਨੈਣ ਰਾਣੀ ਨਾਈਆਂ ਦੀ ਔਰਤ ਸੀ, ਉਹ ਪ੍ਰਤਾਪ ਸਿੰਘ ਦੇ ਵਿਸ਼ਵਾਸ ਵਾਲੀ ਔਰਤ ਸੀ। ਪਰ ਫਿਰ ਵੀ ਪ੍ਰਤਾਪ ਸਿੰਘ ਨੇ ਉਸ ਨੂੰ ਪੈਸੇ ਦਿੱਤੇ ਅਤੇ ਉਸ ਦੇ ਘਰ ਵਿੱਚ ਕਣਕ ਦੀਆਂ 10-12 ਬੋਰੀਆਂ ਸੁਟਵਾ ਦਿੱਤੀਆਂ। ਉਸ ਦਾ ਮੂੰਹ ਬੰਦ ਕਰ ਦਿੱਤਾ ਸੀ ਅਤੇ ਉਸ ਦੀ ਪੱਕੀ ਡਿਊਟੀ ਲਾ ਦਿੱਤੀ ਸੀ ਕਿ ਉਹ ਹਰ ਰੋਜ਼ ਆ ਕੇ ਜੁਗਨੂ ਦੀ ਦੇਸੀ ਘਿਓ ਨਾਲ ਮਾਲਿਸ਼ ਕਰੇ ਤਾਂ ਕਿ ਉਸ ਦਾ ਨਸ਼ਾ ਛੁੱਟ ਜਾਏ। ਨਾਲੇ ਇਹ ਕਿਹਾ ਸੀ ਕਿ ਤੂੰ ਜੁਗਨੂ ਕੋਲ ਬੀਤੇ ਹੋਏ ਕੱਲ੍ਹ ਦੀ ਕੋਈ ਗੱਲ ਨਾ ਕਰੀ। ਇੱਧਰ ਜੁੱਗੀ ਦੇ ਘਰ ਵਿੱਚ ਵੀ ਜੁੱਗੀ ਦੀ ਦੇਖ ਰੇਖ ਹੋ ਰਹੀ ਸੀ, ਪਰ ਸਾਰੀ ਗੱਲ ਦਾ ਪਤਾ ਲੱਗਣ ਉੱਤੇ ਜੁੱਗੀ ਨੇ ਇਹ ਗੱਲ ਦਿਲ ਉੱਤੇ ਲਾ ਲਈ ਸੀ। ਉਹ ਸ਼ਰਾਬ ਵਾਲੇ ਪਾਸਿਓਂ ਤਾਂ ਠੀਕ ਹੋ ਗਿਆ ਸੀ, ਪਰ ਸਰੀਰ ਵੀ ਦੇਖਣ ਬਾਖਣ ਵਿੱਚ ਠੀਕ ਸੀਗਾ। ਪਰ ਜੁਗਨੂ ਉਸ ਦੇ ਦਿਲ ਵਿੱਚ ਘਰ ਬਣਾ ਕੇ ਬੈਠੀ ਸੀ। ਉਹ ਜੁਗਨੂ ਨੂੰ ਪਿਆਰ ਹੀ ਬਹੁਤ ਕਰਦਾ ਸੀ। ਉਸ ਨੂੰ ਜੁਗਨੀ ਦੀਆਂ ਖਾਮੀਆਂ ਦਿਖਾਈ ਹੀ ਨਹੀਂ ਦਿੰਦੀਆਂ ਸਨ। ਉਹ ਜੁਗਨੂ ਨੂੰ ਗਲਤ ਰਾਹੀਂ ਜਾਂਦਿਆਂ ਦੇਖ ਕੇ ਦਿਲ ਹੀ ਦਿਲ ਰੋਂਦਾ ਤਾਂ ਬਹੁਤ ਸੀ, ਪਰ ਆਪਣੇ ਪਿਆਰ ਨਾਲ ਲੜਾਈ ਕਰਕੇ ਆਪਣੇ ਸੱਚੇ ਪਿਆਰ ਦਾ ਨਿਰਾਦਰ ਨਹੀਂ ਕਰਨਾ ਚਾਹੁੰਦਾ ਸੀ। ਆਖਰ ਨੂੰ ਉਹੀ ਹੋਇਆ ਜਿਸ ਦਾ ਉਸ ਨੂੰ ਡਰ ਸੀ, ਕਿਉਂਕਿ ਬੰਦਾ ਤਾਂ ਆਪਣੇ ਪਿਆਰੇ ਦੀਆਂ ਗਲਤੀਆਂ ਨੂੰ ਅਣਗੌਲਿਆ ਕਰ ਸਕਦਾ ਹੈ, ਪਰ ਸਮਾਜ ਅਤੇ ਰਿਸ਼ਤੇ ਕਿਸੇ ਨੂੰ ਮਾਫ਼ ਨਹੀਂ ਕਰਦੇ। ਹੁਣ ਉਹ ਪਛਤਾ ਰਿਹਾ ਸੀ ਕਿ ਉਸਨੇ ਜੁਗਨੂ ਨੂੰ ਸਮਝਾਉਣ ਦੀ ਇੱਕ ਵਾਰ ਕੋਸ਼ਿਸ਼ ਕਿਉਂ ਨਹੀਂ ਕੀਤੀ। ਪਰ ਹੁਣ ਵੇਲਾ ਬਹੁਤ ਦੂਰ ਨਿਕਲ ਗਿਆ ਸੀ। ਹੁਣ ਵੇਲਾ ਹੱਥ ਨਹੀਂ ਆ ਰਿਹਾ ਸੀ। ਹੁਣ ਤਾਂ ਜੁਗਨੂ ਵੀ ਉਸ ਦੇ ਕੋਲ ਨਹੀਂ ਰਹੀ। ਉਹ ਸੋਚਦਾ ਸੀ ਕਿ ਉਹ ਹੁਣ ਕੀ ਕਰੇਗਾ, ਉਹ ਕਿਵੇਂ ਜ਼ਿੰਦਗੀ ਜੀਏਗਾ। 3-4 ਮਹੀਨੇ ਬੀਤ ਗਏ, ਪਰ ਦੋਵਾਂ ਪਾਸਿਆਂ ਤੋਂ ਪੱਕੇ ਤੌਰ ਉੱਤੇ ਹਾਲੀ ਰਿਸ਼ਤਾ ਤੋੜਨ ਦੀ ਕੋਈ ਗੱਲਬਾਤ ਨਹੀਂ ਚੱਲੀ ਸੀ। ਪੱਕੇ ਤੌਰ ਉੱਤੇ ਰਿਸ਼ਤਾ ਤੋੜਨ ਦੀ ਕੋਈ ਗੱਲਬਾਤ ਨਹੀਂ ਚੱਲੀ ਸੀ। ਉਸ ਦਾ ਕਾਰਨ ਇਹ ਸੀ ਕਿ ਜੁੱਗੀ ਦੀ ਮਾਂ ਜਦ ਵੀ ਜੁੱਗੀ ਕੋਲ ਜੁਗਨੂ ਦਾ ਰਿਸ਼ਤਾ ਤੋੜਨ ਵਾਸਤੇ ਅਤੇ ਹੋਰ ਵਿਆਹ ਕਰਾਉਣ ਦੀ ਗੱਲ ਕਰਦੀ ਸੀ ਤਾਂ ਜੁੱਗੀ ਆਪਣੀ ਮਾਂ ਨਾਲ ਲੜਾਈ ਤਾਂ ਨਹੀਂ ਕਰਦਾ ਸੀ, ਪਰ ਉਹ ਉਦਾਸ ਜਿਹਾ ਹੋ ਜਾਂਦਾ ਸੀ ਅਤੇ ਚੁੱਪ ਕਰਕੇ ਰੋਂਦਾ ਰਹਿੰਦਾ ਸੀ। ਮਾਂ ਆਪਣੇ ਪੁੱਤ ਦੇ ਦਿਲ ਦੀ ਗੱਲ ਜਾਣਦੀ ਸੀ। ਉਹ ਜੁੱਗੀ ਦੇ ਸਾਹਮਣੇ ਜੁਗਨੂ ਨੂੰ ਬੁਰਾ ਭਲਾ ਵੀ ਨਹੀਂ ਕਹਿੰਦੀ ਸੀ। ਪਤੀ ਤੋਂ ਬਾਅਦ ਉਸ ਕੋਲ ਪੁੱਤ ਹੀ ਤਾਂ ਸੀ ਜੋ ਉਸ ਦਾ ਸਹਾਰਾ ਸੀ। ਇਸ ਡਰ ਤੋਂ ਕਿ ਕਿਤੇ ਜੁੱਗੀ ਕੋਈ ਹੋਰ ਹੀ ਨਾ ਕਾਰਾ ਕਰ ਬੈਠੇ, ਇਸ ਕਰਕੇ ਉਹ ਜੁੱਗੀ ਨੂੰ ਡਾਂਟਦੀ ਨਹੀਂ ਸੀ। ਸੋ ਦੋਸਤੋ, ਇਸ ਕਹਾਣੀ ਦਾ ਇਸ ਤੋਂ ਅੱਗੇ ਦਾ ਪਾਰਟ ਫਿਰ ਸੁਣਾਂਗੇ।